ਆਪਣੇ ਇਸ ਚੈਨਲ ਤੇ ਆਪਾਂ ਸਿੱਖ ਇਤਿਹਾਸ ਦੇ ਬਹੁਤ ਸਾਰੇ ਵਿਸ਼ਿਆਂ ਨੂੰ ਬੜੀ ਡੂੰਘਾਈ ਨਾਲ ਫਰੋਲਿਆ ਹੈ। ਸਿੱਖ ਇਤਿਹਾਸ ਦੇ ਮਹਾਨ ਯੋਧੇ, ਖਤਰਨਾਕ ਜੰਗਾਂ, ਕੌਮੀ ਮੁੱਦੇ ਸਭ ਤੇ ਖੁੱਲ ਕੇ ਚਰਚਾ ਕੀਤੀ ਹੈ। ਪਰ ਇੱਕ ਬਹੁਤ ਹੀ ਜ਼ਰੂਰੀ ਪੱਖ ਜਿਹਦੇ ਤੇ ਹੁਣ ਤੱਕ ਬਹੁਤ ਸਾਰੇ ਵੀਡੀਓਜ਼ ਆ ਜਾਣੇ ਚਾਹੀਦੇ ਸਨ, ਉਹ ਪਤਾ ਨਹੀਂ ਕਿਉਂ ਪਿੱਛੇ ਰਹਿ ਗਿਆ। ਉਹ ਵਿਸ਼ਾ ਹੈ ਸਾਡੇ ਸਤਿਕਾਰਯੋਗ 10 ਗੁਰੂ ਸਾਹਿਬਾਨ, ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ, ਉਹਨਾਂ ਦੀਆਂ ਲੜੀਆਂ ਜੰਗਾਂ, ਪੂਰਾ ਸ਼ਹੀਦੀ ਹਫਤਾ। ਇਹਨਾਂ ਸਾਰੇ ਵਿਸ਼ਿਆਂ ਤੇ ਅਸੀਂ ਬੜੀ ਰੀਸ ਤੇ ਡੂੰਘਾਈ ਨਾਲ ਵੀਡੀਓ ਬਣਾਏ ਹਨ। 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਵੀ ਬੜੇ ਵਿਸਤਾਰ ਨਾਲ ਗੱਲ ਕੀਤੀ ਹੈ, ਪਰ ਬਾਕੀ ਗੁਰੂ ਸਾਹਿਬਾਨਾਂ ਤੇ ਕਦੀ ਖੁੱਲ ਕੇ ਗੱਲ ਹੋ ਹੀ ਨਹੀਂ ਪਾਈ। ਸਿੱਖ ਇਤਿਹਾਸ ਦਾ ਇਹ ਬਹੁਤ ਹੀ ਜ਼ਰੂਰੀ ਪੱਖ ਇੰਨਾ ਪਿੱਛੇ ਰਹਿ ਜਾਣ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ। ਸੋ ਬਾਲੀ ਜ਼ਿਆਦਾ ਡਿਟੇਲ ਵਿੱਚ ਇੱਕ ਵੀਡੀਓ ਕਵਰ ਕਰਨ ਤੇ ਤਾਂ ਕਾਫੀ ਟਾਈਮ ਲੱਗ ਜਾਊਗਾ। ਇਸ ਲਈ ਇਸ ਵੀਡੀਓ ਵਿੱਚ ਆਪਾਂ ਇੱਕ ਪੰਛੀ ਝਾਤ ਮਾਰਾਂਗੇ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਤੇ। ਅਤੇ ਜਿਹੜੀ ਗੱਲ ਕਰਕੇ ਮੇਰਾ ਇਸ ਵਿਸ਼ੇ ਵੱਲ ਧਿਆਨ ਗਿਆ ਉਹ ਇਹ ਸੀ ਕਿ ਜਿਹੜੀ ਸੰਗਤ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਜਾਣਨਾ ਚਾਹੁੰਦੀ ਹੈ, ਮੈਂ ਨੋਟ ਕੀਤਾ ਹੈ ਕਿ ਉਹਨਾਂ ਦੇ ਮਨ ਵਿੱਚ ਇਸ ਗੱਲ ਤੇ ਕਾਫੀ ਕਨਫਿਊਜ਼ਨ ਰਹਿੰਦਾ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਦੇ ਆਪਸ ਵਿੱਚ ਰਿਸ਼ਤੇ ਕੀ ਸਨ, ਕੌਣ ਕਿਹਦਾ ਕੀ ਲੱਗਦਾ ਸੀ। ਸੋ ਇੱਕ ਫੈਮਿਲੀ ਟਰੀ ਗ੍ਰਾਫ ਰਾਹੀਂ ਇਸ ਸਾਰੇ ਵਿਸ਼ੇ ਨੂੰ ਵੀ ਬਹੁਤ ਆਸਾਨ ਕਰਕੇ ਸਮਝਾਂਗੇ। ਪਰ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਕਸੈਸ ਦਾਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ। ਸਿੱਖ ਧਰਮ ਦੀ ਸ਼ੁਰੂਆਤ ਉਦੋਂ ਹੋਈ ਜਦੋਂ 15 ਅਪ੍ਰੈਲ 1469 ਨੂੰ ਦੁਨੀਆ ਨੂੰ ਵਹਿਮਾਂ ਭਰਮਾਂ ਤੇ ਅਗਿਆਨ ਦੇ ਅੰਧੇਰੇ ਚੋਂ ਕੱਢਣ ਲਈ ਰਾਏ ਭੋਇ ਦੀ ਤਲਵੰਡੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਸਿੱਖ ਧਰਮ ਵਿੱਚ ਦੋ ਦਿਹਾੜੇ ਕਦੀ ਨਹੀਂ ਮਨਾਏ ਜਾਂਦੇ। ਇੱਕ ਤਾਂ ਅੰਤਿਮ ਗੁਰੂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋਤੀ ਜੋਤ ਦਿਵਸ, ਕਿਉਂਕਿ ਉਹਨਾਂ ਦਾ ਪ੍ਰਕਾਸ਼ ਤਾਂ ਰਹਿੰਦੀ ਦੁਨੀਆ ਤੱਕ ਰਹੂਗਾ, ਤੇ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਤਾ ਗੱਦੀ ਤੇ ਸਭਾਈਵਾਨ ਹੋਣ ਦਾ ਦਿਹਾੜਾ, ਕਿਉਂਕਿ ਸਿੱਖ ਪੰਥ ਮੰਨਦਾ ਹੈ ਕਿ ਇਸ ਸੰਸਾਰ ਵਿੱਚ ਲਏ ਗਏ ਪਹਿਲੇ ਸਾਹ ਤੋਂ ਹੀ ਗੁਰਗੱਦੀ ਉਹਨਾਂ ਕੋਲ ਹੀ ਸੀ। ਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਯਾਨੀ ਕਿ ਇੱਕ ਰੱਬ, ਇੱਕ ਭਗਵਾਨ ਦਾ ਸਿਧਾਂਤ ਇਸ ਦੁਨੀਆ ਨੂੰ ਦਿੱਤਾ ਤੇ ਇਸ ਸੰਸਾਰ ਨੂੰ ਵਹਿਮਾਂ ਭਰਮਾਂ ਚੋਂ ਕੱਢ ਕੇ ਬਰਾਬਰੀ, ਭਾਈਚਾਰੇ ਤੇ ਪਿਆਰ ਦੀ ਸਿੱਖਿਆ ਦਿੰਦਿਆਂ ਗੁਰੂ ਸਾਹਿਬ ਨੇ ਮੱਕਾ ਤੇ ਬਗਦਾਦ ਤੋਂ ਲੈ ਕੇ ਸ਼੍ਰੀਲੰਕਾ ਤੇ ਥਾਈਲੈਂਡ ਤੱਕ ਕੁੱਲ 4 ਉਦਾਸੀਆਂ ਯਾਨੀ ਕਿ 4 ਲੰਮੇ ਪ੍ਰਚਾਰਕ ਦੌਰੇ ਕੀਤੇ ਤੇ ਇਹਨਾਂ ਸਿੱਖਿਆਵਾਂ ਦੇ ਅਗਲੇ ਪ੍ਰਚਾਰ ਲਈ ਦੂਸਰੇ ਗੁਰੂ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਨਹੀਂ ਸਗੋਂ ਇੱਕ ਪੈਰੋਕਾਰ ਭਾਈ ਲਹਿਣਾ ਜੀ ਨੂੰ ਚੁਣਿਆ ਤੇ ਨਾਮ ਦਿੱਤਾ ਅੰਗਦ, ਯਾਨੀ ਕਿ ਮੇਰਾ ਆਪਣਾ ਅੰਗ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1552 ਨੂੰ ਪਿੰਡ ਹਰੀਕੇ ਅੱਜ ਦੇ ਮੁਕਤਸਰ ਲਾਗੇ ਹੋਇਆ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸੰਪੂਰਨ ਜੀਵਨ ਨੂੰ 3 ਪ੍ਰਤੱਖ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ, ਸਨ 1504 ਤੋਂ ਲੈ ਕੇ 1532 ਤੱਕ ਆਪਣੇ ਪਰਿਵਾਰਿਕ ਪਰੰਪਰਾ ਮੁਤਾਬਕ ਉਹਨਾਂ ਨੇ ਦੇਵੀ ਦੁਰਗਾ ਦੀ ਪੂਜਾ ਕੀਤੀ। ਦੂਸਰਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਵਿੱਚ ਆਉਣ ਤੋਂ ਬਾਅਦ 1532 ਤੋਂ ਲੈ ਕੇ 1534 ਤੱਕ ਆਪਣਾ ਸਮਾਂ ਅਕਾਲ ਪੁਰਖ ਦੀ ਉਸਤਤ ਵਿੱਚ ਗੁਜ਼ਾਰਿਆ। ਤੇ ਤੀਸਰਾ, 1539 ਤੋਂ ਲੈ ਕੇ 1552 ਤੱਕ ਇਹ ਸਮਾਂ ਆਪ ਜੀ ਨੇ ਸਿੱਖੀ ਦੇ ਪ੍ਰਚਾਰ ਵਿੱਚ ਲਾਇਆ। ਇਸ ਦੌਰਾਨ ਆਪ ਜੀ ਨੇ ਗੁਰਮੁਖੀ ਲਿਪੀ ਨੂੰ ਇਖਤਿਆਰ ਤੇ ਮਿਆਰਬੰਦ ਕਰਨ ਦਾ ਅਹਿਮ ਕਾਰਜ ਵੀ ਸੰਪੂਰਨ ਕੀਤਾ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਅਗਲੇ ਗੁਰੂ ਸਾਹਿਬਾਨ ਦੇ ਰੂਪ ਵਿੱਚ ਆਪਣੇ ਪੁੱਤਰਾਂ ਨੂੰ ਨਹੀਂ, ਇੱਕ ਪੈਰੋਕਾਰ ਨੂੰ ਹੀ ਚੁਣਿਆ ਜੋ ਉਮਰ ਵਿੱਚ ਉਹਨਾਂ ਤੋਂ ਲਗਭਗ 25 ਸਾਲ ਵੱਡੇ ਸਨ। 5 ਮਈ 1469 ਨੂੰ ਜਨਮੇ ਸ਼੍ਰੀ ਗੁਰੂ ਅਮਰਦਾਸ ਜੀ 60 ਸਾਲ ਦੀ ਉਮਰ ਵਿੱਚ ਦੂਸਰੇ ਗੁਰੂ ਸਾਹਿਬਾਨ ਨੂੰ ਮਿਲੇ ਤੇ ਗੁਰੂ ਘਰ ਤੇ ਫਿਰ ਉਹਨਾਂ ਦੀ ਇਹੋ ਜਿਹੀ ਕਿਰਪਾ ਹੋਈ ਕਿ ਫਿਰ ਉੱਥੋਂ ਦੇ ਹੀ ਬਣ ਕੇ ਰਹਿ ਗਏ। ਸ਼੍ਰੀ ਗੁਰੂ ਅਮਰਦਾਸ ਜੀ 73 ਸਾਲ ਦੀ ਉਮਰ ਤੋਂ ਲੈ ਕੇ 95 ਸਾਲ ਤੱਕ ਗੁਰਤਾ ਗੱਦੀ ਤੇ ਸਭਾਈਮਾਨ ਰਹੇ। ਇਸ ਦੌਰਾਨ ਆਪ ਜੀ ਨੇ 22 ਮੰਜੀਆਂ ਯਾਨੀ ਕਿ 22 ਪ੍ਰਚਾਰਕ ਥਾਵਾਂ ਸਥਾਪਿਤ ਕਰਕੇ ਸਿੱਖ ਧਰਮ ਦਾ ਖੂਬ ਪ੍ਰਚਾਰ ਕੀਤਾ। ਲੰਗਰ ਅਤੇ ਪੰਗਤ ਪ੍ਰਥਾ ਦਾ ਵਿਸਥਾਰ ਵੀ ਇਹਨਾਂ ਗੁਰੂ ਸਾਹਿਬਾਨ ਦੀ ਹੀ ਦੇਣ ਹੈ। ਗੁਰੂ ਸਾਹਿਬ ਦੀ ਧੀ ਬੀਬੀ ਭਾਨੀ ਜੀ ਦੇ ਵਿਆਹ ਮੌਕੇ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਨੇ ਵੀ ਸ਼ਿਰਕਤ ਕੀਤੀ ਸੀ। ਤਦ ਗੁਰੂ ਸਾਹਿਬ ਨੇ ਕਿਹਾ ਸੀ ਕਿ ਸੰਗਤ ਤੋਂ ਪਹਿਲਾਂ ਪੰਗਤ ਜ਼ਰੂਰੀ ਹੈ। ਇਸ ਲਈ ਫਿਰ ਆਮ ਸੰਗਤ ਦੇ ਨਾਲ ਪੰਗਤ ਵਿੱਚ ਬੈਠ ਕੇ ਅਕਬਰ ਨੇ ਲੰਗਰ ਛਕਿਆ। ਕੁਝ ਵਿਦਵਾਨਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਵਿਆਹ ਦੇ ਤੋਹਫੇ ਦੇ ਰੂਪ ਵਿੱਚ ਅਕਬਰ ਨੇ ਬੀਬੀ ਭਾਨੀ ਜੀ ਨੂੰ 500 ਬਿੱਘਾ ਜ਼ਮੀਨ ਵੀ ਦਿੱਤੀ ਸੀ ਤੇ ਬੀਬੀ ਭਾਨੀ ਜੀ ਦਾ ਵਿਆਹ ਜਿਹੜੇ ਗੁਰਸਿੱਖ ਨਾਲ ਹੋਇਆ ਸੀ ਉਹਨਾਂ ਦਾ ਨਾਂ ਸੀ ਭਾਈ ਜੇਠਾ ਜੀ, ਤੇ ਇਹ ਭਾਈ ਜੇਠਾ ਜੀ ਹੀ ਅੱਗੇ ਚੱਲ ਕੇ ਸਿੱਖ ਪੰਥ ਦੇ ਚੌਥੇ ਗੁਰੂ ਸਾਹਿਬਾਨ ਬਣੇ, ਜਿਨ੍ਹਾਂ ਨੂੰ ਆਪਾਂ ਇਤਿਹਾਸ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਸਤਿਕਾਰਦੇ ਹਾਂ। 24 ਸਤੰਬਰ 1534 ਨੂੰ ਜਨਮੇ ਸ੍ਰੀ ਗੁਰੂ ਰਾਮਦਾਸ ਜੀ ਪਹਿਲੇ ਗੁਰੂ ਸਾਹਿਬਾਨ ਸਨ, ਜਿਨ੍ਹਾਂ ਨੂੰ ਆਪਣੇ ਸਹੁਰੇ ਸਾਹਿਬ ਤੋਂ ਯਾਨੀ ਕਿ ਆਪਣੀ ਪਤਨੀ ਬੀਬੀ ਭਾਨੀ ਜੀ ਰਾਹੀਂ ਆਪਣੇ ਪਰਿਵਾਰ ਚੋਂ ਹੀ ਗੁਰਗੱਦੀ ਪ੍ਰਾਪਤ ਹੋਈ ਸੀ। ਇਹ ਗੁਰੂ ਸਾਹਿਬ ਦੀ ਹੀ ਦੂਰ ਦ੍ਰਿਸ਼ਟੀ ਸੀ। ਉਹ ਜਾਣਦੇ ਸਨ ਕਿ ਜੇ ਕਿਸੇ ਕੌਮ ਨੂੰ ਮੁੱਢ ਤੋਂ ਮਜ਼ਬੂਤ ਬਣਾਉਣਾ ਹੈ ਤਾਂ ਪਹਿਲਾਂ ਕੌਮ ਦਾ ਆਰਥਿਕ ਪੱਖ ਪਰਪੱਖ ਹੋਣਾ ਲਾਜ਼ਮੀ ਹੈ। ਇਸ ਲਈ ਦਿਨ ਰਾਤ ਇੱਕ ਕਰਕੇ ਪਹਿਲਾਂ ਇੱਕ ਪਵਿੱਤਰ ਸਰੋਵਰ ਦਾ ਨਿਰਮਾਣ ਕੀਤਾ ਗਿਆ ਤੇ ਫਿਰ ਉਹਦੇ ਨੇੜੇ ਤੇੜੇ ਇੱਕ ਨਗਰ ਵਸਾਇਆ ਗਿਆ।
ਚੱਕ ਰਾਮਦਾਸਪੁਰਾ। ਇੱਥੇ ਦੂਰੋਂ ਨੇੜਿਓਂ ਲਿਆ ਕੇ 52 ਤਰ੍ਹਾਂ ਦੇ ਅੱਡ-ਅੱਡ ਕਾਰੀਗਰ ਤੇ ਵਪਾਰੀ ਵਸਾਏ ਗਏ ਤੇ ਚੱਕ ਰਾਮਦਾਸਪੁਰਾ ਨੂੰ ਇੱਕ ਧਾਰਮਿਕ ਤੋਂ ਪਹਿਲਾਂ ਇੱਕ ਵਪਾਰਿਕ ਕੇਂਦਰ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ। ਇਸ ਨਗਰ ਨੂੰ ਹੁਣ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਕੁਝ ਇਤਿਹਾਸਕਾਰ ਮੰਨਦੇ ਹਨ ਕਿ ਇਹ ਨਗਰ ਅਕਬਰ ਦੀ ਦਿੱਤੀ ਹੋਈ 500 ਬਿਘਾ ਜ਼ਮੀਨ ਤੇ ਵਸਾਇਆ ਗਿਆ ਸੀ ਤੇ ਕੁਝ ਮੰਨਦੇ ਹਨ ਕਿ ਅਕਬਰ ਦੇ ਜ਼ਮੀਨ ਦੇਣ ਵਾਲੀ ਗੱਲ ਮਨਘੜਤ ਹੈ। ਇਹ ਜ਼ਮੀਨ ਗੁਰੂ ਸਾਹਿਬ ਨੇ ਤੁੰਗ ਪਿੰਡ ਦੇ ਵਸਨੀਕਾਂ ਤੋਂ ਮੁੱਲ ਖਰੀਦੀ ਸੀ। ਸ਼੍ਰੀ ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ, ਪ੍ਰਿਥਵੀ ਚੰਦ, ਮਹਾਦੇਵ ਤੇ ਸਭ ਤੋਂ ਛੋਟੇ ਸਨ ਅਰਜਨ, ਜਿਨ੍ਹਾਂ ਨੂੰ ਸਭ ਤੋਂ ਯੋਗ ਜਾਣ ਕੇ ਗੁਰੂ ਸਾਹਿਬ ਨੇ ਗੁਰਤਾ ਗੱਦੀ ਦਾ ਵਾਰਿਸ ਬਣਾਇਆ ਸੀ, ਜਿਨ੍ਹਾਂ ਨੂੰ ਅੱਜ ਆਪਾਂ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਨਾਲ ਸਤਿਕਾਰਦੇ ਹਾਂ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖ ਧਰਮ ਲਈ ਕਈ ਵੱਡੀਆਂ ਦੇਣਾ ਹਨ, ਜਿਵੇਂ ਕਿ ਸਾਰੇ ਗੁਰੂ ਸਾਹਿਬਾਨ, ਭਗਤਾਂ, ਸੂਫੀ ਫਕੀਰਾਂ, ਭੱਟ ਵਿਦਵਾਨਾਂ, ਇਹਨਾਂ ਸਭ ਦੀਆਂ ਬਾਣੀਆਂ ਨੂੰ ਇਕੱਠਾ ਕਰਕੇ ਇੱਕੋ ਗ੍ਰੰਥ ਸ਼੍ਰੀ ਆਦਿ ਗ੍ਰੰਥ ਵਿੱਚ ਸੰਪਾਦਨ ਕਰਨਾ। ਇਸ ਤੋਂ ਇਲਾਵਾ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਵੀ ਗੁਰੂ ਅਰਜਨ ਦੇਵ ਜੀ ਨੇ ਹੀ ਕਰਵਾਈ ਸੀ। ਉਹਨਾਂ ਸਮਿਆਂ ਵਿੱਚ ਧਾਰਮਿਕ ਇਮਾਰਤਾਂ ਦਾ ਸਿਰਫ ਇੱਕੋ ਦਰਵਾਜ਼ਾ ਹੁੰਦਾ ਸੀ, ਪਰ ਗੁਰੂ ਸਾਹਿਬ ਜੀ ਨੇ ਚਾਰੇ ਦਿਸ਼ਾਵਾਂ ਵਿੱਚ ਇੱਕ ਦਰਵਾਜ਼ਾ ਰੱਖ ਕੇ ਹਰ ਧਰਮ ਦੇ ਭਾਈਚਾਰੇ ਨੂੰ ਆਉਣ ਦਾ ਸੱਦਾ ਦਿੱਤਾ। ਮੁਗਲ ਬਾਦਸ਼ਾਹ ਅਕਬਰ ਗੁਰੂ ਘਰ ਦਾ ਬੜਾ ਵੱਡਾ ਸ਼ਰਧਾਲੂ ਸੀ, ਪਰ ਜਦੋਂ ਰਾਜ ਉਸਦੇ ਪੁੱਤਰ ਜਹਾਂਗੀਰ ਦੇ ਹੱਥ ਵਿੱਚ ਆਇਆ ਤਾਂ ਸਮੀਕਰਨ ਬਦਲ ਗਏ। ਸਿੱਖ ਧਰਮ ਦੇ ਦਿਨੋਂ ਦਿਨ ਵੱਧਦੇ ਸ਼ਰਧਾਲੂ, ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਵੀ ਸ਼ਾਮਲ ਹੋ ਰਿਹਾ ਸੀ, ਜਹਾਂਗੀਰ ਲਈ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਰਿਹਾ ਸੀ। ਕੰਨ ਭਰਨ ਵਾਲੇ ਦਰਬਾਰੀਆਂ ਦੇ ਕਹਿਣੇ ਵਿੱਚ ਆ ਕੇ ਉਸਨੇ ਗੁਰੂ ਸਾਹਿਬ ਜੀ ਨੂੰ ਲਾਹੌਰ ਵਿਖੇ ਗ੍ਰਿਫਤਾਰ ਕਰ ਲਿਆ ਤੇ ਬੇਇੰਤਹਾ ਤਸੀਹੇ ਦਿੱਤੇ। ਗੁਰੂ ਸਾਹਿਬ ਜੀ ਨੂੰ ਇਸਲਾਮ ਤੇ ਦਰਦਨਾਕ ਮੌਤ ਵਿੱਚੋਂ ਇੱਕ ਚੁਣਨ ਨੂੰ ਕਿਹਾ ਗਿਆ। ਗੁਰੂ ਸਾਹਿਬ ਜੀ ਨੇ ਚੁਣੀ ਮੌਤ ਤੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਤੱਤੀ ਤਵੀ ਤੇ ਬਿਠਾ ਕੇ ਉੱਤੋਂ ਬਲਦੀ ਰੇਤਾ ਪਾ ਕੇ ਸ਼ਹੀਦ ਕੀਤਾ ਗਿਆ। ਇੰਨਾ ਕਿ ਇਤਿਹਾਸ ਤਾਂ ਮੈਨੂੰ ਲੱਗਦਾ ਹੈ ਆਪਾਂ ਸਾਰੇ ਜਾਣਦੇ ਹਾਂ। ਗੁਰੂ ਜੀ ਜਾਣਦੇ ਸਨ ਕਿ ਲਾਹੌਰ ਜਾਣ ਤੇ ਕੀ ਕੁਝ ਵਾਪਰਨ ਵਾਲਾ ਹੈ, ਇਸ ਲਈ ਰਵਾਨਾ ਹੋਣ ਤੋਂ ਪਹਿਲਾਂ ਉਹ ਗੁਰਗੱਦੀ ਦਾ ਵਾਰਿਸ ਆਪਣੇ 11 ਸਾਲ ਦੇ ਪੁੱਤਰ ਹਰਗੋਬਿੰਦ ਨੂੰ ਐਲਾਨ ਗਏ ਸਨ। ਪਰ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੱਤਾ। ਸਿੱਖਾਂ ਨੂੰ ਸ਼ਸਤਰ ਚਲਾਉਣਾ, ਘੋੜਸਵਾਰੀ ਤੇ ਯੁੱਧ ਨੀਤੀਆਂ ਦੀ ਸਿੱਖਿਆ ਦਿੱਤੀ ਜਾਣ ਲੱਗ ਪਈ। ਗੁਰੂ ਸਾਹਿਬ ਨੇ ਆਪ ਮੀਰੀ ਤੇ ਪੀਰੀ ਨਾਂ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਮੀਰੀ ਰਾਜਨੀਤਿਕ ਆਗੂ ਹੋਣ ਦਾ ਤੇ ਪੀਰੀ ਧਾਰਮਿਕ ਆਗੂ ਹੋਣ ਦਾ ਪ੍ਰਤੀਕ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਠੀਕ ਦਰਬਾਰ ਸਾਹਿਬ ਦੇ ਨੇੜੇ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ। ਅਕਾਲ ਤਖਤ ਸਾਹਿਬ ਸਿੱਖਾਂ ਦੀ ਰਾਜਨੀਤਿਕ ਸੱਤਾ ਦਾ ਕੇਂਦਰ ਮੰਨਿਆ ਜਾਂਦਾ ਸੀ। ਉੱਥੇ ਗੁਰੂ ਸਾਹਿਬਾਨ ਦਰਬਾਰ ਲਾ ਕੇ ਬੈਠਦੇ ਤੇ ਦੀਨ ਦੁਨੀਆ ਦੀਆਂ ਫਰਿਆਦਾਂ ਸੁਣਦੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਵਾਰ ਜੰਗੇ ਮੈਦਾਨ ਵਿੱਚ ਮੁਗਲ ਫੌਜਾਂ ਨਾਲ ਟਾਕਰਾ ਲਿਆ ਤੇ ਚਾਰੇ ਵਾਰ ਮੂੰਹ ਤੋੜ ਜਵਾਬ ਦੇ ਕੇ ਉਹਨਾਂ ਨੂੰ ਪੁੱਠਾ ਮੋੜ ਦਿੱਤਾ। ਇੱਥੋਂ ਤੱਕ ਦਾ ਗੁਰੂ ਸਾਹਿਬਾਨਾਂ ਦਾ ਫੈਮਿਲੀ ਟਰੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ, ਪਰ ਮੋਸਟਲੀ ਸੰਗਤ ਨੂੰ ਜਿਹੜਾ ਕਨਫਿਊਜ਼ਨ ਹੁੰਦਾ ਹੈ ਉਹ ਇਸ ਤੋਂ ਅੱਗੇ ਆਉਂਦਾ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਪੁੱਤਰ ਤੇ 1 ਧੀ ਸਨ, ਜਿਨ੍ਹਾਂ ਚੋਂ ਬਾਬਾ ਅਟਲ ਰਾਏ ਜੀ ਤਾਂ ਆਪਣੇ ਪਿਤਾ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਤੇ ਬਚਪਨ ਵਿੱਚ ਹੀ ਸਰੀਰ ਛੱਡ ਗਏ ਸਨ। ਇੱਕ ਹੋਰ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਗੁਰਗੱਦੀ ਦਾ ਵਾਰਿਸ ਮੰਨਿਆ ਜਾ ਸਕਦਾ ਸੀ, ਪਰ ਇੱਕ ਦਿਨ ਇੱਕ ਇਹੋ ਜਿਹੀ ਘਟਨਾ ਵਾਪਰ ਗਈ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਇਸ ਪੁੱਤਰ ਨੂੰ ਵੀ ਸਰੀਰ ਤਿਆਗ ਦੇਣ ਦਾ ਹੁਕਮ ਦੇਣਾ ਪੈ ਗਿਆ। ਪਰ ਆਖਰ ਇਹੋ ਜਿਹਾ ਕੀ ਵਾਪਰਿਆ ਹੋਊਗਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਜਿਗਰ ਦੇ ਟੋਟੇ, ਆਪਣੇ ਚੰਨ ਵਰਗੇ ਪੁੱਤਰਾਂ ਨੂੰ ਹੀ ਸਰੀਰ ਤਿਆਗ ਦੇਣ ਦਾ ਹੁਕਮ ਦੇਣਾ ਪੈ ਗਿਆ। ਇਹ ਸਾਰਾ ਇਤਿਹਾਸ ਫਿਰ ਕਿਸੇ ਵੀਡੀਓ ਵਿੱਚ ਸਾਂਝਾ ਕਰਾਂਗੇ। ਫਿਲਹਾਲ ਆਪਾਂ ਆਪਣੇ ਮੁੱਦੇ ਤੋਂ ਦੂਰ ਨਹੀਂ ਜਾਂਦੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਪੁੱਤਰ ਹੋਰ ਵੀ ਸੀ, ਤਿਆਗਮਲ। ਉਹਨਾਂ ਦਾ ਜ਼ਿਕਰ ਆਪਾਂ ਵੀਡੀਓ ਵਿੱਚ ਅੱਗੇ ਚੱਲ ਕੇ ਕਰਾਂਗੇ। ਆਪਣੇ 2 ਪੁੱਤਰਾਂ ਦੇ ਸਮੇਂ ਤੋਂ ਪਹਿਲਾਂ ਸਰੀਰ ਤਿਆਗ ਦੇਣ ਤੇ ਇਹ ਸਵਾਲ ਖੜਾ ਹੋ ਗਿਆ ਕਿ ਹੁਣ ਗੁਰਗੱਦੀ ਦਾ ਵਾਰਿਸ ਕਿਸ ਨੂੰ ਬਣਾਇਆ ਜਾਵੇ। ਇਸ ਗੱਲ ਦਾ ਪਤਾ ਜਦੋਂ ਭਾਈ ਗੁਰਦਿੱਤਾ ਜੀ ਦੇ ਪੁੱਤਰ ਧੀਰਮਲ ਨੂੰ ਚੱਲਿਆ, ਜੋ ਕਿ ਇਸ ਰਿਸ਼ਤੇ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਾ ਹੀ ਲੱਗਦਾ ਸੀ। ਉਸਨੇ ਕਰਤਾਰਪੁਰ ਸਾਹਿਬ ਵਿਖੇ ਪਈ ਆਦਿ ਗ੍ਰੰਥ ਸਾਹਿਬ ਦੀ ਭੀੜ ਤੇ ਕਬਜ਼ਾ ਕਰ ਲਿਆ, ਜਿਸ ਦੇ ਸੰਪਾਦਨ ਦਾ ਕਾਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ। ਗੁਰਗੱਦੀ ਤੇ ਕਬਜ਼ਾ ਕਰਨ ਦੇ ਲਾਲਚ ਵਿੱਚ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਤੇ ਵੀ ਨਹੀਂ ਆਇਆ। ਉਸ ਨੂੰ ਲੱਗਦਾ ਸੀ ਕਿ ਜੇ ਭੀੜ ਸਾਹਿਬ ਉਸਦੇ ਕੋਲ ਹੈ ਤਾਂ ਉਸ ਨੂੰ ਗੁਰੂ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾਂ ਅਨੁਸਾਰ 7ਵੇਂ ਗੁਰੂ ਸਾਹਿਬਾਨ ਬਣਨ ਦਾ ਮਾਣ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਸ਼੍ਰੀ ਹਰ ਰਾਏ ਜੀ ਨੂੰ ਪ੍ਰਾਪਤ ਹੋਇਆ। ਸ਼੍ਰੀ ਗੁਰੂ ਹਰ ਰਾਏ ਜੀ ਵੀ ਆਪਣੇ ਦਾਦਾ ਜੀ ਸਮਾਨ ਹੀ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਸਨ। ਉਹਨਾਂ ਦੇ ਸਮੇਂ ਵੀ ਸਿੱਖਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਜੰਗੀ ਟ੍ਰੇਨਿੰਗ ਦਿੱਤੀ ਜਾਂਦੀ ਸੀ। 2200 ਘੋੜਸਵਾਰਾਂ ਦੀ ਤਗੜੀ ਫੌਜ ਪੰਥ ਤੋਂ ਜਾਨਾਂ ਵਾਰਨ ਲਈ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਸੀ, ਜੋ ਖਾਲਸੇ ਦਾ ਜੁਝਾਰੂ ਰੂਪ ਉਜਾਗਰ। ਸਾਡੇ ਗੁਰੂ ਸਾਹਿਬਾਨਾਂ ਨੇ ਹਰ ਮੋੜ ਤੇ ਆਪਣੀ ਦੂਰਦਰਸ਼ਤਾ ਦਾ ਪ੍ਰਮਾਣ ਦਿੱਤਾ ਹੈ। ਪਹਿਲਾਂ ਸਿੱਖਾਂ ਦਾ ਆਰਥਿਕ ਪੱਖ ਮਜ਼ਬੂਤ ਕਰਨ ਲਈ ਵੱਡਾ ਵਪਾਰਿਕ ਕੇਂਦਰ ਸਥਾਪਿਤ ਕੀਤਾ ਗਿਆ। ਫਿਰ ਜ਼ੁਲਮ ਵਧਣ ਤੇ ਰਾਹ ਬਦਲ ਕੇ ਸਿੱਖਾਂ ਨੂੰ ਸੰਤਾਂ ਤੋਂ ਯੋਧੇ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਗੁਰੂ ਹਰ ਰਾਏ ਜੀ ਨੇ ਮਹਿਸੂਸ ਕੀਤਾ ਕਿ ਸਿਹਤ ਸਹੂਲਤਾਂ ਦੀ ਬੜੀ ਥੋੜ ਹੈ। ਕੋਈ ਭਿਅੰਕਰ ਬਿਮਾਰੀ ਤਾਂ ਦੂਰ,
ਛੋਟਾ ਜਿਹਾ ਰੋਗ ਲੱਗਣ ਤੇ ਵੀ ਸੰਗਤਾਂ ਨੂੰ ਬੜਾ ਜੂਝਣਾ ਪੈਂਦਾ ਹੈ। ਇਸੇ ਲਈ ਫਿਰ ਸ੍ਰੀ ਗੁਰੂ ਹਰਿਰਾਏ ਜੀ ਨੇ ਕੀਰਤਪੁਰ ਵਿਖੇ ਸ਼ਫਾਖਾਨਾ ਦੀ ਉਸਾਰੀ ਕਰਵਾਈ। ਸ਼ਫਾਖਾਨਾ ਉਸ ਸਮੇਂ ਭਾਰਤ ਦਾ ਸਭ ਤੋਂ ਵੱਡਾ ਦਵਾਖਾਨਾ ਸੀ, ਜਿੱਥੇ ਦੂਰ ਦੂਰ ਤੋਂ ਰੋਗੀ ਇਲਾਜ ਕਰਵਾਉਣ ਆਉਂਦੇ ਸਨ। ਇੱਥੋਂ ਤੱਕ ਕਿ ਇੱਕ ਵਾਰ ਜਦੋਂ ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋ ਬੁਰੀ ਤਰ੍ਹਾਂ ਬਿਮਾਰ ਹੋ ਗਿਆ ਤਾਂ ਉਹਦਾ ਇਲਾਜ ਵੀ ਸ਼ਫਾਖਾਨਾ ਤੋਂ ਭੇਜੀ ਗਈ ਦਵਾਈ ਨਾਲ ਹੀ ਹੋਇਆ ਸੀ। ਸ਼ਾਹਜਹਾਨ ਤੇ ਉਹਦਾ ਵੱਡਾ ਪੁੱਤਰ ਦਾਰਾ ਸ਼ਿਕੋ ਇਹ ਦੋਵੇਂ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਸਨ। ਪਰ ਸਿਆਸੀ ਸਮੀਕਰਨ ਇੱਕ ਵਾਰ ਫੇਰ ਬਦਲੇ ਜਦੋਂ ਸ਼ਾਹਜਹਾਨ ਨੂੰ ਕੈਦ ਤੇ ਦਾਰਾ ਸ਼ਿਕੋ ਨੂੰ ਕਤਲ ਕਰਕੇ ਧਾਰਮਿਕ ਕੱਟੜ ਵਿਚਾਰਾਂ ਵਾਲਾ ਔਰੰਗਜ਼ੇਬ ਤਖਤ ਤੇ ਕਾਬਜ ਹੋ ਗਿਆ। ਦਾਰਾ ਸ਼ਿਕੋ ਦੇ ਜੁੜਾ ਹੋਣ ਕਰਕੇ ਔਰੰਗਜ਼ੇਬ ਗੁਰੂ ਘਰ ਨਾਲ ਵੀ ਲੱਗਦਾ ਸੀ। ਉਸ ਨੇ ਸੰਮਨ ਭੇਜ ਕੇ ਗੁਰੂ ਸਾਹਿਬ ਜੀ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ, ਪਰ ਗੁਰੂ ਸਾਹਿਬ ਫਰਮਾਏ ਕਿ ਮਜ਼ਲੂਮਾਂ ਤੇ ਜ਼ੁਲਮ ਕਰਨ ਵਾਲਿਆਂ ਦੀ ਤਾਂ ਸ਼ਕਲ ਦੇਖਣ ਤੋਂ ਵੀ ਉਹ ਗੁਰੇਜ਼ ਕਰਦੇ ਹਨ। ਗੁਰੂ ਸਾਹਿਬ ਨੇ ਆਪਣੇ ਥਾਂ ਤੇ ਆਪਣੇ ਪੁੱਤਰ ਰਾਮ ਰਾਏ ਨੂੰ ਦਿੱਲੀ ਭੇਜ ਦਿੱਤਾ। ਰਾਮ ਰਾਏ ਨੇ ਪਹਿਲੇ ਕਈ ਦਿਨ ਤਾਂ ਔਰੰਗਜ਼ੇਬ ਦੇ ਇੱਕ ਤੋਂ ਇੱਕ ਵੱਧ ਉਲਝੇ ਸਵਾਲਾਂ ਦੇ ਸੰਤੁਸ਼ਟ ਕਰ ਦੇਣ ਵਾਲੇ ਜਵਾਬ ਦਿੱਤੇ ਤੇ ਉਸ ਦੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਔਰੰਗਜ਼ੇਬ ਨੇ ਉਸ ਦੀ ਬਹੁਤ ਵਧੀਆ ਖਾਤਰਦਾਰੀ ਕੀਤੀ। ਕਈ ਦਿਨਾਂ ਤੱਕ ਚਰਚਾ ਇਸੇ ਤਰ੍ਹਾਂ ਚੱਲਦੀ ਰਹੀ। ਇੱਕ ਦਿਨ ਔਰੰਗਜ਼ੇਬ ਨੇ ਗੁਰਬਾਣੀ ਨਾਲ ਜੁੜਿਆ ਹੋਇਆ ਇੱਕ ਇਹੋ ਜਿਹਾ ਸਵਾਲ ਪੁੱਛਿਆ ਜਿਸ ਦਾ ਸੱਚਾ ਤੇ ਸਹੀ ਜਵਾਬ ਉਸ ਝੂਠੇ ਬਾਦਸ਼ਾਹ ਨੂੰ ਕਦੀ ਵੀ ਪਸੰਦ ਨਾ ਆਉਂਦਾ ਤੇ ਰਾਮ ਰਾਏ ਔਰੰਗਜ਼ੇਬ ਨੂੰ ਨਾਰਾਜ਼ ਕਰਕੇ ਆਪਣੀ ਸ਼ਾਨੋ ਸ਼ੌਕਤ ਵਿੱਚ ਫਿੱਕ ਨਹੀਂ ਪਾਉਣਾ ਚਾਹੁੰਦਾ ਸੀ। ਸੋ ਉਸਨੇ ਗੁਰਬਾਣੀ ਦੇ ਉਸ ਸ਼ਲੋਕ ਨੂੰ ਹੀ ਲਿਖਣ ਵਾਲੇ ਦੀ ਗਲਤੀ ਦੱਸ ਦਿੱਤਾ। ਔਰੰਗਜ਼ੇਬ ਬੜਾ ਖੁਸ਼ ਹੋਇਆ ਕਿਉਂਕਿ ਉਹ ਇਹੀ ਤਾਂ ਚਾਹੁੰਦਾ ਸੀ। ਰਾਮ ਰਾਏ ਨੂੰ ਧਨ ਦੌਲਤ ਤੇ ਵੱਡੀਆਂ ਜ਼ਗੀਰਾਂ ਦੇ ਕੇ ਸਨਮਾਨਿਤ ਕੀਤਾ। ਪਰ ਜਦੋਂ ਇਸ ਗੱਲ ਦਾ ਪਤਾ ਗੁਰੂ ਸਾਹਿਬ ਨੂੰ ਚੱਲਿਆ ਤਾਂ ਉਹ ਬਹੁਤ ਜ਼ਿਆਦਾ ਨਾਰਾਜ਼ ਹੋਏ। ਉਹਨਾਂ ਨੇ ਰਾਮ ਰਾਏ ਨੂੰ ਤਾਂ ਉਮਰ ਆਪਣੀ ਸ਼ਕਲ ਨਾ ਵਿਖਾਉਣ ਦਾ ਹੁਕਮ ਸੁਣਾ ਦਿੱਤਾ। 7 ਜੁਲਾਈ 1661 ਨੂੰ ਆਪਣੇ ਛੋਟੇ ਸੁਪੁੱਤਰ ਨੂੰ ਗੁਰਗੱਦੀ ਦਾ ਤਿਲਕ ਕਰਨ ਤੋਂ ਬਾਅਦ ਸ਼੍ਰੀ ਹਰਿਰਾਏ ਜੀ ਜੋਤੀ ਜੋਤ ਸਮਾ ਗਏ। ਬਾਲਾ ਪ੍ਰੀਤਮ ਦੇ ਨਾਮ ਨਾਲ ਸਤਕਾਰ ਪਾਉਣ ਵਾਲੇ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਹਜੇ ਮਸਾ 5 ਸਾਲ ਦੇ ਹੀ ਹੋਣਗੇ ਜਦੋਂ ਕੌਮ ਨੂੰ ਰਾਹ ਵਿਖਾਉਣ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਆ ਗਈ। ਪਰ ਆਪ ਜੀ ਨੇ ਇੰਨੀ ਛੋਟੀ ਉਮਰ ਵਿੱਚ ਵੀ ਕੌਮ ਦੀ ਅਗਵਾਈ ਬੜੇ ਹੀ ਸਿਆਣਪ ਤੇ ਸੁਚੱਜੇ ਢੰਗ ਨਾਲ ਕੀਤੀ। ਜਦੋਂ ਦਿੱਲੀ ਵਿੱਚ ਚੇਚਕ ਦਾ ਭਿਆਨਕ ਰੋਗ ਫੈਲਿਆ ਤਾਂ ਆਪ ਜੀ ਨੇ ਸੰਗਤ ਦੀ ਦਿਨ ਰਾਤ ਸੇਵਾ ਪੂਰੀ ਸ਼ਰਧਾ ਭਾਵਨਾ ਨਾਲ ਕੀਤੀ। ਇਸੇ ਦੌਰਾਨ ਇਸ ਭਿਆਨਕ ਬਿਮਾਰੀ ਨੇ ਆਪ ਜੀ ਨੂੰ ਵੀ ਘੇਰ ਲਿਆ ਤੇ ਸਿਰਫ 7 ਸਾਲ 8 ਮਹੀਨੇ ਤੇ 19 ਦਿਨ ਦੀ ਛੋਟੀ ਜਿਹੀ ਉਮਰ ਵਿੱਚ ਹੀ ਆਪ ਜੀ ਜੋਤੀ ਜੋਤ ਸਮਾ ਗਏ। ਗੁਰਗੱਦੀ ਰਸਮਾਂ ਦੀ ਤਿਆਰੀ ਕਰਕੇ ਸਾਰੇ ਸਿੱਖ ਬਕਾਲਾ ਗ੍ਰਾਮ ਪਹੁੰਚੇ ਕਿਉਂਕਿ ਗੁਰੂ ਹਰਕ੍ਰਿਸ਼ਨ ਜੀ ਦੇ ਅੰਤਿਮ ਬੋਲ ਸਨ, ਬਾਬਾ ਬਸੇ ਬਕਾਲੇ ਗ੍ਰਾਮ। ਪਰ ਉੱਥੇ ਪਹੁੰਚ ਕੇ ਸਿੱਖ ਕੀ ਵੇਖਦੇ ਹਨ ਕਿ ਬਕਾਲੇ ਪਿੰਡ ਚੋਂ ਹੀ ਗੁਰੂ ਚੁਣੇ ਜਾਣ ਦੀ ਖਬਰ ਮਿਲਦੇ ਹੀ ਬਹੁਤ ਸਾਰੇ ਢੋਂਗੀ ਉੱਥੇ ਗੱਦੀਆਂ ਲਾ ਕੇ ਬੈਠ ਗਏ ਸਨ। ਸਿੱਖ ਇਸ ਗੱਲ ਤੋਂ ਹੈਰਾਨ ਪਰੇਸ਼ਾਨ ਸਨ ਕਿ ਅਸਲੀ ਗੁਰੂ ਦੀ ਪਛਾਣ ਕਿਵੇਂ ਕੀਤੀ ਜਾਵੇ। ਅੰਤ ਗੁਰੂ ਮਹਾਰਾਜ ਨੇ ਆਪ ਕਿਰਪਾ ਕਰਕੇ ਸੰਗਤਾਂ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਦਿੱਤੀਆਂ। ਪਰ ਆਖਿਰ ਕਿਸ ਤਰ੍ਹਾਂ ਸਿੱਖਾਂ ਨੇ ਪਖੰਡੀਆਂ ਦੀ ਭੀੜ ਵਿੱਚੋਂ ਸੱਚੇ ਗੁਰੂ ਦੀ ਪਛਾਣ ਕੀਤੀ, ਇਹ ਇੱਕ ਕਾਫੀ ਲੰਮਾ ਚੌੜਾ ਇਤਿਹਾਸ ਹੈ ਜਿਸ ਨੂੰ ਕਿਸੇ ਹੋਰ ਵੀਡੀਓ ਵਿੱਚ ਸਾਂਝਾ ਕਰਾਂਗੇ। ਸੋ ਹੁਣ ਸਿੱਖ ਪੰਥ ਦੇ 9ਵੇਂ ਗੁਰੂ ਸਾਹਿਬਾਨ ਸਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜੋ ਰਿਸ਼ਤੇ ਵਿੱਚ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਦੇ ਭਰਾ ਯਾਨੀ ਕਿ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹੀ ਪੁੱਤਰ ਤਿਆਗਮਲ ਹਨ ਜਿਨ੍ਹਾਂ ਦਾ ਮੈਂ ਕਿਹਾ ਸੀ ਅੱਗੇ ਜਾ ਕੇ ਜ਼ਿਕਰ ਕਰਾਂਗੇ। ਆਮ ਤੌਰ ਤੇ ਆਪਾਂ ਇਹ ਜਾਣਦੇ ਹਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਿਲਕੁਲ ਸ਼ਾਂਤ ਚਿੱਤ, ਬਹੁਤ ਘੱਟ ਬੋਲਣ ਵਾਲੇ ਤੇ ਇੱਕਦਮ ਠੰਡੇ ਸੁਭਾਅ ਦੇ ਸਨ। ਪਰ ਇੱਕ ਪੱਖ ਇਹ ਵੀ ਹੈ ਕਿ ਇਹ ਗੁਰੂ ਸਾਹਿਬਾਨ ਆਪਣੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਰ੍ਹਾਂ ਬੜੇ ਵੱਡੇ ਯੋਧੇ ਵੀ ਸਨ। ਇਹਨਾਂ ਨੂੰ ਕਰਤਾਰਪੁਰ ਦੇ ਜੰਗੇ ਮੈਦਾਨ ਵਿੱਚ ਆਪਣੀ ਤੇਗ ਨਾਲ ਕਹਿਰ ਵਰਾਉਂਦਾ ਵੇਖ ਕੇ ਹੀ ਖੁਸ਼ ਹੋ ਕੇ ਗੁਰੂ ਪਿਤਾ ਨੇ ਇਹਨਾਂ ਨੂੰ ਤੇਗ ਬਹਾਦਰ ਨਾਮ ਦੀ ਬਖਸ਼ਿਸ਼ ਕੀਤੀ ਸੀ। 9ਵੇਂ ਪਾਤਸ਼ਾਹ ਨੂੰ ਆਪਾਂ ਇੱਕ ਹੋਰ ਨਾਮ ਦੇ ਕੇ ਵੀ ਸਤਿਕਾਰਦੇ ਹਾਂ, ਹਿੰਦ ਦੀ ਚਾਦਰ। ਜਦੋਂ ਕਸ਼ਮੀਰੀ ਪੰਡਤ ਜਬਰਨ ਧਰਮ ਤਬਦੀਲੀ ਤੋਂ ਬਚਣ ਲਈ ਬੇਨਤੀ ਲੈ ਕੇ ਗੁਰੂ ਸਾਹਿਬ ਦੇ ਕੋਲ ਆਏ ਤਾਂ ਮਜਲੂਮਾਂ ਦੇ ਪੱਖ ਵਿੱਚ ਖਲੋਤੇ ਗੁਰੂ ਸਾਹਿਬ ਜੀ ਨੂੰ ਦਿੱਲੀ ਵਿਖੇ ਗ੍ਰਿਫਤਾਰ ਕਰਕੇ 3 ਵਿਕਲਪ ਦਿੱਤੇ ਗਏ ਕਿ ਜਾਂ ਤਾਂ ਉਹ ਇਸਲਾਮ ਕਬੂਲ ਕਰ ਲੈਣ, ਜਾਂ ਕੋਈ ਕਰਾਮਾਤ ਵਿਖਾਉਣ ਤੇ ਜਾਂ ਫਿਰ ਮੌਤ। ਗੁਰੂ ਸਾਹਿਬ ਜੀ ਨੇ ਚੁਣੀ ਮੌਤ ਤੇ ਫਿਰ ਉਹਨਾਂ ਦੇ 3 ਪੈਰੋਕਾਰਾਂ ਨੂੰ ਦਰਦਨਾਕ ਤਰੀਕੇ ਨਾਲ ਸ਼ਹੀਦ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਵੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਪ੍ਰਾਪਤ ਕਰ ਲਈ। ਦਿੱਲੀ ਵੱਲ ਚਾਲੇ ਪਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ 10ਵੇਂ ਪੁੱਤਰ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵਿਆਹ ਦੇ 32 ਸਾਲਾਂ ਬਾਅਦ ਪੁੱਤਰ ਦੀ ਪ੍ਰਾਪਤੀ ਹੋਈ ਸੀ ਤੇ ਪ੍ਰਚਾਰਕ ਦੌਰਿਆਂ ਤੇ ਹੋਣ ਕਰਕੇ ਗੁਰੂ ਸਾਹਿਬ ਜੀ ਨੂੰ ਆਪਣੇ ਪੁੱਤਰ ਦੇ ਦੀਦਾਰ ਉਦੋਂ ਹੋਏ ਜਦੋਂ ਗੋਬਿੰਦ ਰਾਏ 5 ਸਾਲ ਦੇ ਹੋ ਚੁੱਕੇ ਸਨ। ਇਹ ਉਹੀ ਗੋਬਿੰਦ ਰਾਏ ਹਨ ਜਿਹੜੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜ ਕੇ ਅੰਮ੍ਰਿਤ ਛਕ ਕੇ ਗੋਬਿੰਦ ਸਿੰਘ ਬਣ ਗਏ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਛੋਟੇ ਜਿਹੇ ਲਾਈਫ ਸਪੈਨ ਵਿੱਚ ਕੁੱਲ 14 ਜੰਗਾਂ ਲੜੀਆਂ ਸਨ। ਗੁਰੂ ਸਾਹਿਬ ਜੀ ਦੇ 4 ਸੁਪੁੱਤਰ ਹੋਏ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਆਪਣੇ ਚਾਰੇ ਪੁੱਤਰ ਗੁਰੂ ਸਾਹਿਬ ਜੀ ਨੇ ਪੰਥ ਉੱਤੋਂ ਵਾਰ ਦਿੱਤੇ, ਸੀ ਵੀ ਨਹੀਂ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਹਨਾਂ ਜੰਗਾਂ ਤੇ
ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣਾ ਸਰਬੰਸ ਕੌਮ ਦੇ ਉੱਤੋਂ ਕੁਰਬਾਨ ਕਰ ਦਿੱਤਾ। ਇਹਨਾਂ ਸਭ ਤੇ ਵਿਸਤਾਰ ਨਾਲ ਅਸੀਂ ਵੀਡੀਓ ਇਸ ਚੈਨਲ ਤੇ ਅਪਲੋਡ ਕੀਤੇ ਹੋਏ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਗਲਾ ਗੁਰੂ ਕਿਸੇ ਸਰੀਰਕ ਦੇਹ ਨੂੰ ਨਹੀਂ, ਉਸ ਆਦ ਗ੍ਰੰਥ ਨੂੰ ਥਾਪਿਆ ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੱਕ ਤੇ ਹੋਰ ਵੀ ਕਈ ਭਗਤਾਂ ਮਹਾਂਪੁਰਖਾਂ ਦੀਆਂ ਬਾਣੀਆਂ ਸੰਪਾਦਿਤ ਕੀਤੀਆਂ ਹੋਈਆਂ ਸਨ। ਆਦ ਗ੍ਰੰਥ ਸਾਹਿਬ ਨੂੰ ਨਾਮ ਦਿੱਤਾ ਗਿਆ 11ਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸਿੱਖਾਂ ਦੇ ਅੰਤਿਮ ਤੇ ਜੁਗੋ ਜੁਗ ਅਟਲ ਗੁਰੂ ਸਾਹਿਬਾਨ ਹਨ, ਜਿਨ੍ਹਾਂ ਦਾ ਪ੍ਰਕਾਸ਼ ਰਹਿੰਦੀ ਦੁਨੀਆ ਤੱਕ ਰਹੂਗਾ। ਸੋ ਇਹ ਸੀ ਇੱਕ ਪੰਛੀ ਝਾਤ ਸਾਡੀ ਹੋਂਦ ਨੂੰ ਜਨਮ ਦੇਣ ਵਾਲੇ ਸਾਡੇ ਸਤਿਕਾਰਯੋਗ ਗੁਰੂ ਸਾਹਿਬਾਨਾਂ ਦੇ ਜੀਵਨ ਤੇ। ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਸਨ ਜਿਨ੍ਹਾਂ ਨੂੰ ਇਸ ਵੀਡੀਓ ਵਿੱਚ ਐਕਸਪਲੇਨ ਕਰਨਾ ਥੋੜਾ ਔਖਾ ਸੀ। ਹੌਲੀ ਆਪਾਂ ਉਹ ਸਾਰੇ ਟੌਪਿਕਸ ਕਵਰ ਕਰਾਂਗੇ, ਪਰ ਜੇ ਕਿਸੇ ਟੌਪਿਕ ਤੇ ਤੁਸੀਂ ਸਭ ਤੋਂ ਪਹਿਲਾਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਫਰਮਾਇਸ਼ ਜ਼ਰੂਰ ਸਾਂਝੀ ਕਰਿਓ। ਵੀਡੀਓ ਪਸੰਦ ਆਇਆ ਤਾਂ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ, ਸਾਡਾ ਇੰਸਟਾਗ੍ਰam ਪੇਜ ਵੀ ਤੁਹਾਡੀ ਉਡੀਕ ਕਰ ਰਿਹਾ ਹੈ। ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।